हाँ जी, गुड आफ्टरनून बेटा। सो ਅੱਜ ਦੇ EVS ਲੈਕਚਰ ਦੇ ਵਿੱਚ ਬੇਟਾ ਆਪਾਂ ਸਟੱਡੀ ਕਰਾਂਗੇ ਇਕੋਲੋਜੀ ਐਂਡ ਇਕੋਸਿਸਟਮ ਬਾਰੇ। ਅਸੀਂ ਆਲਰੇਡੀ ਆਪਣੇ ਪਹਿਲੇ ਲੈਕਚਰਸ ਦੇ ਵਿੱਚ ਇਕੋਲੋਜੀ ਐਂਡ ਇਕੋਸਿਸਟਮ ਬਾਰੇ ਪੜ੍ਹ ਲਿਆ ਹੋਇਆ ਹੈ। ਸੋ ਇਕੋਲੋਜੀ ਕੀ ਹੈਗੀ ਆ? ਇਟ ਇਜ਼ ਅ ਰਿਲੇਸ਼ਨਸ਼ਿਪ ਬਿਟਵੀਨ ਲਿਵਿੰਗ ਆਰਗੈਨਿਜ਼ਮਸ ਐਂਡ देयर ਫਿਜ਼ੀਕਲ ਐਂਡ ਬਾਇਓਲੋਜੀਕਲ ਇਨਵਾਇਰਨਮੈਂਟ। ਠੀਕ ਹੈ, ਜਿਹੜੇ ਵੀ ਕੋਈ ਲਿਵਿੰਗ ਆਰਗੈਨਿਜ਼ਮਸ ਹੈਗੇ, ਜਿਸ ਤਰ੍ਹਾਂ ਐਨੀਮਲਸ ਆ, ਹਿਊਮਨ ਆ, ਇਹ ਸਾਰੇ ਲਿਵਿੰਗ ਆਰਗੈਨਿਜ਼ਮ, ਬਰਡਸ ਹੈਗੇ ਆ। ਠੀਕ ਹੈ, ਇਹ ਸਾਰੇ ਹੁੰਦੇ ਆ ਲਿਵਿੰਗ ਆਰਗੈਨਿਜ਼ਮਸ। ਤੇ ਉਹਨਾਂ ਦੇ ਇਨਵਾਇਰਨਮੈਂਟ ਤੇ ਫਿਜ਼ੀਕਲ ਐਂਡ ਬਾਇਓਲੋਜੀਕਲ ਇਨਵਾਇਰਨਮੈਂਟ ਦੇ ਨਾਲ ਰਿਲੇਸ਼ਨ। ਇਨਵਾਇਰਨਮੈਂਟਲ ਆਪਾਂ ਕਿਹਨੂੰ ਕਹਿੰਦੇ ਆ? ਈਕੋਸਿਸਟਮ। ਠੀਕ ਹੈ ਜੀ। ਸੋ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਹੁੰਦਾ ਆ, ਉਹਦੀ ਸਟੱਡੀ ਨੂੰ ਆਪਾਂ ਕਹਿੰਦੇ ਆ ਇਕੋਲੋਜੀ। ਠੀਕ ਹੈ, ਆ ਤੁਹਾਡੇ ਸਾਹਮਣੇ ਕੁਝ ਫੈਕਟਰਸ ਹੈਗੇ ਆ ਜਿਹੜੇ ਲਿਵਿੰਗ ਆਰਗੈਨਿਜ਼ਮਸ ਹੈਗੇ ਆ, ਜਿਸ ਤਰ੍ਹਾਂ ਐਨੀਮਲਸ, ਬਰਡਸ ਹੋ ਗਏ, ਫਲਾਵਰਸ ਹੋ ਗਏ, ਬੈਕਟੀਰੀਆਜ਼ ਹੋ ਗਏ, ਫੰਗੀ ਹੋ ਗਈ। ਆ ਫੰਗੀ ਹੈਗੀ ਆ। ਠੀਕ ਹੈ, ਇਹ ਵੀ ਇੱਕ ਲਿਵਿੰਗ ਆਰਗੈਨਿਜ਼ਮ ਆ ਹੁੰਦੇ ਅਬਾਇਓਟਿਕ ਫੈਕਟਰਸ ਲਾਈਕ ਵਿੰਡ, ਸਨਲਾਈਟ, ਰੇਨ, ਵਾਟਰ, ਸੋਇਲ। ਠੀਕ ਹੈ, ਸੋ ਇਹ ਬਾਇਓਟਿਕ ਐਂਡ ਅਬਾਇਓਟਿਕ ਕੰਪੋਨੈਂਟਸ ਦਾ ਆਪਸ ਦੇ ਵਿੱਚ ਜਿਹੜਾ ਰਿਲੇਸ਼ਨ ਹੁੰਦਾ ਆ, ਉਹਦੀ ਸਟੱਡੀ ਨੂੰ ਕਹਿੰਦੇ ਆ ਇਕੋਲੋਜੀ। ਠੀਕ ਆ, ਦਿਸ ਇਜ਼ ਬਾਇਓਟਿਕ ਫੈਕਟਰਸ। ਠੀਕ ਹੈ, ਇਹਨਾਂ ਦਾ ਜਿਹੜਾ ਅਬਾਇਓਟਿਕ ਫੈਕਟਰਸ, ਜਿਸ ਤਰ੍ਹਾਂ ਸਨ, ਵਿੰਡ, ਰੇਨ, ਵਾਟਰ, ਸੋਇਲ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ, ਉਹਦੀ ਸਟੱਡੀ ਨੂੰ ਕਹਿੰਦੇ ਆ ਆਪਾਂ ਇਕੋਲੋਜੀ। ਨੈਕਸਟ ਇਜ਼ ਆਬਜੈਕਟਿਵਸ ਆਫ ਇਕੋਲੋਜੀ ਸਟੱਡੀ। ਕੀ ਆਬਜੈਕਟਿਵਸ ਆ? ਆਪਾਂ ਨੂੰ ਕੀ ਹਾਸਲ ਹੋਊਗਾ ਇਕੋਲੋਜੀ ਦੀ ਸਟੱਡੀ ਕਰਕੇ? ਨੰਬਰ 1, the interrelationship between organisms in the population and diverse communities, the sequential change, seasonal, annual, sessional, etc., structural adaptation and functional adjustment, the behavior under natural condition, the development in the course of evaluation, the biological productivity and energy flow in the natural system. So ਕੀ ਆਬਜੈਕਟਿਵ ਹੈਗਾ ਸਾਨੂੰ ਇਕੋਲੋਜੀ ਦੀ ਸਟੱਡੀ ਤੋਂ? ਕੀ ਹਾਸਲ ਹੋਊਗਾ? ਸਾਨੂੰ ਮੇਨਲੀ ਪਤਾ ਲੱਗੇਗਾ ਕਿ ਜਿਹੜੇ ਲਿਵਿੰਗ ਆਰਗੈਨਿਜ਼ਮਸ ਆ ਜਾਂ ਬਾਇਓਟਿਕ ਕੰਪੋਨੈਂਟਸ ਹੈਗੇ ਆ, ਉਹ ਅਬਾਇਓਟਿਕ ਕੰਪੋਨੈਂਟਸ ਦੇ ਨਾਲ ਕਿਸ ਤਰ੍ਹਾਂ ਚੇਂਜ ਹੋ ਰਹੇ ਆ, ਕਿਸ ਤਰ੍ਹਾਂ ਬਿਹੇਵ ਕਰਦੇ ਪਏ ਆ। ਠੀਕ ਹੈ, ਕਿਸ ਤਰ੍ਹਾਂ ਉਹ ਆਪਸ ਦੇ ਵਿੱਚ ਕੰਬਾਈਨ ਹੋ ਕੇ ਰਹਿ ਰਹੇ ਆ। ਠੀਕ ਹੈ ਜੀ, ਇਹ ਕੁਝ ਆਬਜੈਕਟਿਵਸ ਨੇ। ਇੱਕ ਹੋਰ ਆਬਜੈਕਟਿਵ ਹੈਗਾ ਤਾਂ ਲੋਕਲ ਐਂਡ ਜੀਓਗ੍ਰਾਫੀਕਲ ਡਿਸਟ੍ਰੀਬਿਊਸ਼ਨ ਐਂਡ ਅਬੰਡੈਂਸ ਆਫ ਆਰਗੈਨਿਜ਼ਮਸ। ਠੀਕ ਹੈ, the behavior of organisms under natural condition, the biological productivity of nature and relation with mankind. ਸੋ ਜਿਹੜੀ ਸਾਡੀ ਨੇਚਰ ਆ, ਉਹਦੇ ਆ ਸਾਡੇ ਹਿਊਮਨਸ ਤੇ, ਸਾਡਾ ਐਨੀਮਲਸ ਤੇ, ਬਰਡਸ ਦੇ ਉੱਪਰ ਕੀ ਇਫੈਕਟ ਹੈਗਾ ਆ। ਸੋ ਇਹ ਸਾਰੀ ਚੀਜ਼ਾਂ ਸਾਨੂੰ ਇਕੋਲੋਜੀ ਦੀ ਸਟੱਡੀ ਤੋਂ ਪਤਾ ਲੱਗ ਜਾਂਦੀਆਂ। ਠੀਕ ਹੈ, ਹੁਣ ਸਕੋਪ ਕੀ ਹੈਗਾ ਇਕੋਲੋਜੀ ਦਾ? ਹੁਣ ਇਕੋਲੋਜੀ ਦੀ ਸਟੱਡੀ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਪਈਆਂ ਆ, ਉਸ ਤੋਂ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਹਟਾਉਣਾ ਆ, ਪ੍ਰੋਬਲਮਸ ਨੂੰ ਦੂਰ ਕਰਨਾ ਆ, ਕਿਸ ਤਰ੍ਹਾਂ ਉਸ ਪ੍ਰੋਬਲਮ ਨੂੰ ਟੈਕਲ ਕਰਨਾ ਹੈ, ਸਾਨੂੰ ਉਹ ਸਾਰਾ ਕੁਝ ਪਤਾ ਲੱਗਦਾ ਹੈ। ਲਾਈਕ ਹੈਲਪ ਅਸ ਟੂ ਟੈਕਲ ਪ੍ਰੋਬਲਮ ਲਾਈਕ ਪੋਲਿਊਸ਼ਨ, ਫਲੱਡਸ, ਓਜ਼ੋਨ ਡਿਪਲੀਸ਼ਨ, ਗਲੋਬਲ ਵਾਰਮਿੰਗ। ਸੋ ਗਲੋਬਲ ਵਾਰਮਿੰਗ ਨੂੰ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਆ, ਸਾਨੂੰ ਇਕੋਲੋਜੀ ਦੀ ਸਟੱਡੀ ਤੋਂ ਪਤਾ ਲੱਗ ਜਾਏਗਾ। ਪੋਲਿਊਸ਼ਨ ਨੂੰ ਕਿਸ ਤਰ੍ਹਾਂ ਘਟਾਉਣਾ ਆ। ਠੀਕ ਹੈ, ਇਹ ਸਾਰੀ ਸਟੱਡੀ ਇਕੋਲੋਜੀ ਦੀ ਸਟੱਡੀ ਤੋਂ ਸਾਨੂੰ ਕਨਫਰਮ ਹੋ ਜਾਏਗਾ। is necessary in maintaining ecology balance and understanding different cycle, oxygen, nitrogen, sulfur, carbon, etc. So ਸਾਨੂੰ ਪਤਾ ਲੱਗਦਾ ਹੈ ਕਿ ਆਪਾਂ ਕਾਰਬਨ ਦੀ ਕਿੰਨੀ ਪਰਸੈਂਟੇਜ ਰੱਖਣੀ ਆ, ਆਕਸੀਜਨ ਦੀ ਕਿੰਨੀ ਪਰਸੈਂਟੇਜ ਮੇਨਟੇਨ ਕਰਨੀ ਆ, ਤਾਂ ਜੋ ਜਿਹੜਾ ਸਾਡਾ ਇਨਵਾਇਰਨਮੈਂਟ ਆ ਉਹ ਸਟੇਬਲ ਰਹੇ। ਹੈਲਪਸ ਇਨ ਪ੍ਰੋਟੈਕਟਿੰਗ ਫਲੋਰਾ ਐਂਡ ਫੌਨਾ। ਠੀਕ ਹੈ, ਜਿਹੜੇ ਸਾਡੇ ਫਲੋਰਾ ਐਂਡ ਫੌਨਾ ਕਹਿੰਦੇ ਆ, ਜਿਸ ਤਰ੍ਹਾਂ ਸਾਡੇ ਪੇੜ ਹੈਗੇ ਆ, ਫਲਾਵਰਸ ਹੈਗੇ ਆ, ਪੇੜ ਹੋ ਗਏ, ਜੜੀ ਬੂਟੀਆਂ ਹੋ ਗਈਆਂ। ਠੀਕ ਹੈ, ਉਸ ਚੀਜ਼ ਨੂੰ ਕਿਸ ਤਰ੍ਹਾਂ ਆਪਾਂ ਪ੍ਰੋਟੈਕਟ ਕਰਨਾ। plays an important role in human welfare, agriculture, conservation of wildlife. ਕਿ ਜਿਹੜੇ ਜੰਗਲ ਆਪਾਂ ਉਹਨਾਂ ਨੂੰ ਕਿੱਦਾਂ ਬਚਾਉਣਾ ਹੈ, ਜਿਹੜੇ ਉੱਥੇ ਜਾਨਵਰ ਰਹਿ ਰਹੇ ਆ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਕੰਜ਼ਰਵ ਕਰਨਾ ਹੈ, ਬਚਾਉਣਾ ਕਿਸ ਤਰ੍ਹਾਂ ਹੈ ਉਹਨਾਂ ਨੂੰ।
ठीक है, एग्रीकल्चर ਨੂੰ किस तरह इंप्रूव करना है। सो ये सारी चीज़ां सानू इकोलॉजी की स्टडी तो पता लगदियां। हाँ जी, लास्ट टाइम आप ओवरव्यू लिया सी इकोलॉजी का। सो अज नैक्सट हैगा क्लासीफिकेशन ऑफ इकोलॉजी। इकोलॉजी किन्ने तरह की है, ठीक है जी, दो तरह की क्लासीफिकेशन हैगी है। मतलब इकोलॉजी ਨੂੰ किद्दां डिवाइड कर सकते हैं, दो तरीके ਨਾਲ डिवाइड कर सकते हैं, ऑर्टिकोलॉजी एंड साइकोलॉजी। ठीक है, it deal with the study of individual organisms or an individual species. In other words, it is study of interrelationship between individual species or its population and environment। ठीक है, ਜਿਹੜੀ ontology ਹੈਗੀ ਆ ਇਹ ਇੱਕ ਸਿੰਗਲ ਪਰਸਨ ਦੇ ਉੱਪਰ ਲਾਗੂ ਹੁੰਦੀ ਹੈ। ਯਾਨੀ ਕਿ ਫੋਰ ਐਗਜ਼ਾਮਪਲ ਇੱਕ ਦਰਖਤ ਦੀ ਉਹਨਾਂ ਨੇ ਐਗਜ਼ਾਮਪਲ ਲਈ, ਇੱਕ ਟਰੀ ਹੈਗਾ ਇੱਕ ਫੋਰੈਸਟ ਦੇ ਵਿੱਚ, ਉਹ ਟਰੀ ਦਾ ਉਸ ਟਰੀ ਦੇ ਉੱਪਰ ਉਸ ਜੰਗਲ ਦਾ ਕੀ ਇਫੈਕਟ ਪੈ ਰਿਹਾ ਹੈ ਤੇ ਉਹ ਟਰੀ ਜੰਗਲ ਨੂੰ ਕੀ ਦੇ ਰਿਹਾ ਹੈ, ਆਪਾਂ ਸਿਰਫ ਉਸ ਟਰੀ ਦੀ ਸਟੱਡੀ ਕਰਨੀ ਆ। ਠੀਕ ਹੈ, ਜਾਂ ਇੱਕ ਕਹਿ ਲਓ ਇੱਕ ਕੋਈ ਸਪੈਸੀਫਿਕ ਏਰੀਆ ਹੈ ਉੱਥੇ ਸਿਰਫ ਇੱਕ ਜਾਨਵਰ ਰਹਿ ਰਿਹਾ ਹੈ। ਠੀਕ ਹੈ, ਇੱਕ ਕਮਰਾ ਹੈ ਉੱਥੇ ਸਿਰਫ ਇੱਕ ਜਾਨਵਰ ਆ, ਉਸ ਜਾਨਵਰ ਦਾ ਉਸ ਆਲੇ ਦੁਆਲੇ ਦੇ ਏਰੀਏ ਦੇ ਉੱਪਰ ਕੀ ਇਫੈਕਟ ਆ ਤੇ ਜਾਂ ਉਸ ਰੂਮ ਦਾ ਉਸ ਜਾਨਵਰ ਦੇ ਉੱਪਰ ਕੀ ਇਫੈਕਟ ਆ, ਉਸ ਦੀ ਸਟੱਡੀ ਨੂੰ ਆਪਾਂ ਕਵਾਂਗੇ ਔਰਟੀਕੋਲੋਜੀ। ਠੀਕ ਹੈ ਜੀ, ਜਿਹੜੀ ਸੈਕਿੰਡ ਟਾਈਪ ਆ ਇਟ ਡੀਲ ਵਿਦ ਦੀ ਸਟੱਡੀ ਆਫ ਗਰੁੱਪ ਆਫ ਆਰਗੈਨਿਜ਼ਮਸ ਔਰ ਸਪੀਸ਼ੀਜ਼। ਠੀਕ ਹੈ, ਜਿਹਦੇ ਵਿੱਚ ਆਪਾਂ ਜ਼ਿਆਦਾ ਵੱਡੇ ਏਰੀਆ ਨੂੰ ਕਵਰ ਕਰਦੇ ਹਾਂ। ਜਿਸ ਤਰ੍ਹਾਂ ਇੱਕ ਪੂਰਾ ਜੰਗਲ ਦੀ ਗੱਲ ਕਰੀਏ ਤੇ ਜੰਗਲ ਦੇ ਵਿੱਚ ਜਿੰਨੇ ਵੀ ਸਾਰੇ ਜਾਨਵਰ ਹੈਗਾ ਉਹਨਾਂ ਦਾ ਜੰਗਲ ਦੇ ਉੱਪਰ ਕੀ ਇਫੈਕਟ ਹੈਗਾ ਤੇ ਜੰਗਲ ਦਾ ਉਹਨਾਂ ਦੇ ਉੱਪਰ ਕੀ ਇਫੈਕਟ ਹੈਗਾ, ਉਹ ਸਾਰਿਆਂ ਦੀ ਕੰਬਾਈਨ ਸਟੱਡੀ ਨੂੰ ਆਪਾਂ ਸਿੰਕਿਓਲੋਜੀ ਕਹਿੰਦੇ ਹਾਂ। ਠੀਕ ਹੈ ਜੀ, ਸੋ ਦੋ ਤਰ੍ਹਾਂ ਦੀ ਇਕੋਲੋਜੀ ਸੀਗੀਆਂ। ਉਸ ਤੋਂ ਬਾਅਦ ਬੇਸਡ ਔਨ ਦੀ ਹੈਬੀਟੈਟਸ, ਯਾਨੀ ਕਿ ਜ਼ਿੰਦਗੀ ਦੇ ਆਧਾਰ ਤੇ ਆਪਾਂ ਜਿਹੜੀ ਇਕੋਲੋਜੀ ਨੂੰ ਕਿਸ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ, ਇਹ ਵੀ ਤੁਹਾਨੂੰ ਕਰਵਾਇਆ ਸੀ ਲਾਸਟ। ਮਰੀਨ ਹੋ ਗਈ, ਫਰੈਸ਼ ਵਾਟਰ, ਸਟਰੀਮ ਇਕੋਲੋਜੀ, ਗ੍ਰਾਸ ਲੈਂਡ, ਫੋਰੈਸਟ ਦੀ। ਠੀਕ ਹੈ, ਇਹ ਸਾਰੀਆਂ ਆਪਾਂ ਆਲਰੇਡੀ ਕਰ ਚੁੱਕੇ ਹਾਂ। ਨੈਕਸਟ ਸੀਗਾ ਬੇਟਾ ਸਾਡਾ ਈਕੋਸਿਸਟਮ। ਠੀਕ ਹੈ, all organisms of their interaction with one another and their environment make an ecosystem। so ਇੱਕ ਹਿਊਮਨ ਬੀਇੰਗ ਦਾ ਦੂਸਰੇ ਹਿਊਮਨ ਬੀਇੰਗ ਦੇ ਨਾਲ ਇੰਟਰੈਕਸ਼ਨ ਪਲੱਸ ਉਹਦਾ ਸਾਰੇ ਇਨਵਾਇਰਮੈਂਟ ਦੇ ਨਾਲ ਜੋ ਇੰਟਰੈਕਸ਼ਨ ਆ ਉਹਦੀ ਸਟੱਡੀ ਨੂੰ ਆਪਾਂ ਕਹਿੰਦੇ ਆ ਈਕੋਸਿਸਟਮ। ਠੀਕ ਹੈ, ਇਹ ਵੀ ਆਪਾਂ ਆਲਰੇਡੀ ਡੈਫੀਨੇਸ਼ਨ ਕਰ ਲਈ ਸੀਗੀ। population in a community and the abiotic factor with which they interact, marine, terrestrial, etc। ਹੁਣ ਇੱਥੇ ਜਿੰਨੀਆਂ ਵੀ ਤੁਹਾਨੂੰ ਫਿਸ਼ ਦਿਸ ਰਹੀਆਂ ਇਹਨਾਂ ਦਾ ਆਪਸ ਦੇ ਵਿੱਚ ਕੀ ਇੰਟਰ ਰਿਲੇਸ਼ਨਸ਼ਿਪ ਆ, ਠੀਕ ਹੈ, ਕੀ ਬਿਹੇਵੀਅਰ ਆ ਤੇ ਉਹਨਾਂ ਦਾ ਸਮੁੰਦਰ ਦੇ ਵਿੱਚ, ਪੂਰੇ ਸਮੁੰਦਰ ਦੇ ਵਿੱਚ ਕੀ ਬਿਹੇਵੀਅਰ ਆ, ਇਹਦੀ ਸਟੱਡੀ ਨੂੰ ਆਪਾਂ ਈਕੋਸਿਸਟਮ ਕਹਿੰਦੇ ਹਾਂ। ਠੀਕ ਹੈ, ਇੱਥੇ ਤੁਸੀਂ ਦੇਖ ਸਕਦੇ ਆ ਹੁਣ ਈਕੋਸਿਸਟਮ ਹੈ ਕੀ ਆ। An ecosystem is an ecological system, a community and its physical environment treated together as a functional system। ਸੋ ਆ ਇੱਕ ਈਕੋਸਿਸਟਮ ਆ, ਜਿਹੜਾ ਵੱਡਾ ਸਰਕਲ ਆ, ਇਹ ਇੱਕ ਈਕੋਸਿਸਟਮ ਆ ਜਿਹਦੇ ਵਿੱਚ ਪਲਾਂਟ ਵੀ ਹੈਗੇ ਆ, ਐਨੀਮਲ ਵੀ ਹੈਗੇ ਆ, ਅੱਗ ਵੀ ਹੈਗੀ, ਪਾਣੀ ਵੀ ਹੈਗਾ, ਸਾਰਾ ਕੁਝ ਹੈਗਾ। ਠੀਕ ਹੈ, ਸੋ ਇੱਕ ਈਕੋਸਿਸਟਮ ਆ ਕੰਪਲੀਟ, ਜਿਹਦੇ ਵਿੱਚ ਹਰੇਕ ਚੀਜ਼ ਇੱਕ ਦੂਜੇ ਨਾਲ ਇੰਟਰੈਕਟ ਕਰਦੀ ਪਈ ਆ। ਨੈਕਸਟ ਹੈ ਹੁਣ ਟਾਈਪਸ ਆਫ ਈਕੋਸਿਸਟਮ। ਕਿੰਨੀ ਤਰ੍ਹਾਂ ਦਾ ਈਕੋਸਿਸਟਮ ਹੈਗਾ ਆ। ਸਭ ਤੋਂ ਫਸਟ ਹੈ ਨੈਚੁਰਲ ਈਕੋਸਿਸਟਮ। ਠੀਕ ਹੈ, ਦੋ ਤਰ੍ਹਾਂ ਦਾ ਹੁੰਦਾ ਹੈ, ਨੈਚੁਰਲ ਈਕੋਸਿਸਟਮ ਐਂਡ ਆਰਟੀਫਿਸ਼ੀਅਲ ਈਕੋਸਿਸਟਮ। ਨੈਚੁਰਲ ਜੋ ਨੈਚੁਰਲੀ ਬਣਿਆ ਹੋਇਆ, ਲਾਈਕ ਸਾਡੀ ਅਰਥ ਹੈਗੀ ਆ, ਪਾਣੀ ਹੈਗਾ, ਸਮੁੰਦਰ ਦੇ ਵਿੱਚ ਜਾਨਵਰ ਹੈਗੇ ਆ, ਇਹ ਨੈਚੁਰਲ ਆ। ਠੀਕ ਹੈ, ਆਰਟੀਫਿਸ਼ੀਅਲ, these are maintained artificially by man where by addition of energy and planned manipulation natural balance is disturbed। ਠੀਕ ਹੈ ਜੀ, ਲਾਈਕ ਕ੍ਰੌਪਲੈਂਡ ਈਕੋਸਿਸਟਮ, ਆਪਾਂ ਜ਼ਮੀਨ ਦੇ ਵਿੱਚ ਫਸਲ ਉਗਾਉਂਦੇ ਆ, ਉਹ ਨੈਚੁਰਲ ਨਹੀਂ ਹੈਗੀ, ਅਸੀਂ ਆਪ ਉਗਾਉਂਦੇ ਆ। ਠੀਕ ਆ, ਸੋ ਉਸ ਖੇਤ ਦਾ ਜਿਹੜਾ ਈਕੋਸਿਸਟਮ ਹੋਏਗਾ ਥੋੜਾ ਅਲੱਗ ਹੋਏਗਾ, ਉਹ ਹੈਗਾ ਆਰਟੀਫਿਸ਼ੀਅਲ ਈਕੋਸਿਸਟਮ। ਠੀਕ ਹੈ ਜੀ, ਹੁਣ ਗੱਲ ਕਰੀਏ ਕਿ ਈਕੋਸਿਸਟਮ ਹੈ ਕਿੰਨੀ ਤਰ੍ਹਾਂ ਦੇ। ਤੇ ਸਭ ਤੋਂ ਪਹਿਲਾਂ ਹੈਗਾ ਜੀ ਟੈਰੇਸਟਰੀਅਲ ਈਕੋਸਿਸਟਮ, ਜਿਹਦੇ ਵਿੱਚ ਆ ਜਾਂਦੇ ਆ ਫੋਰੈਸਟ, ਗ੍ਰਾਸਲੈਂਡ, ਡੈਜ਼ਰਟ। ਠੀਕ ਹੈ, ਜੰਗਲ ਜਿਹੜੇ ਜ਼ਮੀਨ, ਟੈਰੇਸਟਰੀਅਲ ਦਾ ਮਤਲਬ ਹੁੰਦਾ ਜੋ ਜ਼ਮੀਨ ਦੇ ਉੱਪਰ ਈਕੋਸਿਸਟਮ ਹੈਗੇ। ਠੀਕ ਆ, ਉਸ ਤੋਂ ਬਾਅਦ ਸੈਕਿੰਡ ਆ ਗਿਆ ਐਕੁਐਟਿਕ। ਐਕੁਐਟਿਕ ਯਾਨੀ ਕਿ ਜਿੱਥੇ ਪਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਈਕੋਸਿਸਟਮ ਹੈ, ਜਿੱਥੇ ਪਾਣੀ ਹੋਏਗਾ ਉਹਨੂੰ ਇਕੁਐਟਿਕ ਕਹਿੰਦੇ ਆ।
ठीक है। हुण पानी भी दो तरह का हुंदा, फ्रैश वाटर ते मरीन। फ्रैश वाटर जिंदा कोई पूल बनाया होया है, ठीक है, कोई लेक हैगी, साफ पानी की झील हैगी आ, उत्थे जिहड़ा ईकोसिस्टम होऊगा अलग होऊगा। ते जिहड़ा समुंदर, मरीन इकोलॉजी, जिहड़ा समुंदर होਊ ना ਉਹਨੂੰ मरीन कहते हैं, उत्थे जिहड़ा ईकोसिस्टम होएगा वो डिफरेंट होऊगा। ठीक है जी। हुण करैक्टरिस्टिक्स ऑफ इकोसिस्टम। It is a major structural and functional unit of ecology. Its structure is related to its species diversity. The more complex ecosystem have species diversity and vice versa. The relative amount of energy needed to maintain an ecosystem depend on its structure. The more complex the structure, the lesser the energy is needed to maintain itself. It mature by passing from less complex to more complex state. ठीक है जी। ਇਹ ਕੁਝ ਈਕੋਸਿਸਟਮ ਦੇ ਕਰੈਕਟਰਿਸਟਿਕ ਸੀਗੇ। ਠੀਕ ਹੈ, ਸੋ ਇਹ ਤੁਸੀਂ ਨੋਟ ਡਾਊਨ ਕਰ ਲੈਣੇ ਆ। ਮੈਂ ਆਲਰੇਡੀ ਤੁਹਾਨੂੰ ਪੀਪੀਟੀ ਸੈਂਡ ਕਰਤੀ ਹੋਈ ਆ, ਤਾਂ ਸਾਰਿਆਂ ਨੇ ਇੱਕ ਵਾਰ ਪੀਪੀਟੀ ਪੜ੍ਹ ਲੈਣੀ ਆ। ਤੇ ਸੋ ਅੱਜ ਆਪਣਾ ਟੋਟਲ ਜਿਹੜਾ ਫਸਟ ਟੌਪਿਕ ਸੀਗਾ ਈਕੋਸਿਸਟਮ ਐਂਡ ਇਕੋਲੋਜੀ, ਠੀਕ ਹੈ ਜੀ, ਇਹ ਖਤਮ ਹੁੰਦਾ ਆ। ਤੇ ਨੈਕਸਟ ਲੈਕਚਰ ਦੇ ਵਿੱਚ ਆਪਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਕਰਨਾ ਹੈ ਜਿਹਦਾ ਨਾਮ ਹੈਗਾ ਆ ਡਿਫਰੈਂਸ ਬਿਟਵੀਨ ਇਕੋਲੋਜੀ ਐਂਡ ਇਕੋਸਿਸਟਮ। ਠੀਕ ਹੈ, ਕਾਫੀ ਇੰਪੋਰਟੈਂਟ ਕੁਐਸਚਨ ਹੈਗਾ ਆ, ਆਲਮੋਸਟ ਹਰ ਵਾਰ ਐਗਜ਼ਾਮ ਦੇ ਵਿੱਚ ਆਉਂਦਾ ਹੈ। ਸੋ ਨੈਕਸਟ ਟਾਈਮ ਆਪਾਂ ਇਹ ਕੁਐਸਚਨ ਕਰਾਂਗੇ। ਠੀਕ ਹੈ, ਥੈਂਕ ਯੂ ਬੇਟਾ।